ਹੁਣ ਆਪਾਂ ਗੱਲ ਕਰਦੇ ਹਾਂ ਸਤਾਤੋ ਦੀ ਸ਼ੌਕ। ਸਤਾਤੋ ਦੀ ਸ਼ੌਕ ਦਾ ਮਤਲਬ ਹੁੰਦਾ ਹੈ ਕਿਸੇ ਤਰੀਕੇ ਦਾ ਸਦਮਾ ਲੱਗਣਾ, ਸ਼ੌਕ ਲੱਗਣਾ, ਉਹਨੂੰ ਸਤਾਤੋ ਦੀ ਸ਼ੌਕ ਕਿਹਾ ਜਾਂਦਾ ਆ। ਹੁਣ ਜਿਵੇਂ ਤੁਸੀਂ ਰੋਡ 'ਤੇ ਜਾ ਰਹੇ ਹੋ, ਠੀਕ ਆ, ਅਤੇ ਰੋਡ 'ਤੇ ਜਾਂਦੇ ਹੋਏ ਕਿਸੇ ਦਾ ਐਕਸੀਡੈਂਟ ਹੋ ਗਿਆ ਏ। ਆਪਾਂ ਹੁਣ ਤੱਕ ਪੜ੍ਹਿਆ ਵੀ ਕਿਸੇ ਦੀ ਮਦਦ ਕਰਨੀ ਜ਼ਰੂਰੀ ਆ, ਲੇਕਿਨ ਮਦਦ ਕਰਨ ਤੋਂ ਪਹਿਲਾਂ ਆਪਣੇ ਲਈ ਇਹ ਵੀ ਜ਼ਰੂਰੀ ਆ ਕਿ ਦੇਖੋ ਵੀ ਉਹ ਕਿਤੇ ਬੇਹੋਸ਼ ਤੇ ਨਹੀਂ ਹੋ ਗਿਆ। ਜੇ ਬੇਹੋਸ਼ ਨਹੀਂ ਹੈਗਾ ਤੇ ਹੋਸ਼ ਵਿੱਚ ਆ, ਤੁਹਾਨੂੰ ਕਿਸ ਤਰ੍ਹਾਂ ਦੀ ਸੱਟ ਲੱਗੀ ਆ, ਜਾਂ ਉਹਨੂੰ ਸ਼ੌਕ ਤੇ ਨਹੀਂ ਲੱਗ ਗਿਆ, ਯਾਨੀ ਕਿ ਸਦਮਾ ਤੇ ਨਹੀਂ ਲੱਗ ਗਿਆ। ਇਸ ਪੈਰਾਗ੍ਰਾਫ ਵਿੱਚ ਆਪਾਂ ਗੱਲ ਕਰਾਂਗੇ ਵੀ ਸਦਮਾ ਕਿਸੇ ਨੂੰ ਲੱਗਾ ਹੋਏ, ਉਹਦੀ ਪਹਿਚਾਣ ਕਿੱਥੋਂ ਆਉਂਦੀ ਆ। ਯਾਨੀ ਕਿ ਹੁਣ ਤੁਸੀਂ ਰੋਡ 'ਤੇ ਜਾ ਰਹੇ ਹੋ, ਕਿਸੇ ਦਾ ਐਕਸੀਡੈਂਟ ਹੋ ਗਿਆ ਹੈ, ਤੁਸੀਂ ਉਸ ਜ਼ਖਮੀ ਨੂੰ ਕਿਸ ਤਰ੍ਹਾਂ ਪਹਿਚਾਨੋਗੇ ਵੀ ਇਹਨੂੰ ਸ਼ੌਕ ਲੱਗਾ ਆ। ਸ਼ੌਕ ਲੱਗਣ ਦੇ ਕਾਫੀ ਕਾਰਨ ਨੇ, ਕੁਝ ਆਪਾਂ ਇਹਦੇ 'ਚ ਸ਼ੇਅਰ ਕਰਦੇ ਹਾਂ। ਸਵਾਲ ਨੰਬਰ 1, lo stato di shock, ਸਦਮਾ ਲੱਗਣਾ, ਸੀ ਮੈਨੀਫੈਸਟਾ, ਵੀ ਸ਼ੌਕ ਕਦੋਂ ਲੱਗਦਾ ਆ ਜਾਂ ਕਦੋਂ ਦਿਖਾਈ ਦਿੰਦਾ ਆ। ਤੁਸੀਂ ਸੀ ਮੈਨੀਫੈਸਟਾ ਦੀ ਟਰਾਂਸਲੇਸ਼ਨ ਲਿਖ ਲਓ, ਜੋ ਦਿਖਾਈ ਦੇ ਰਿਹਾ ਹੋਵੇ। ਕੋਲ ਪ੍ਰੈਜ਼ੈਂਸਾ, ਪ੍ਰੈਜ਼ੈਂਸਾ ਹੁੰਦਾ ਮੌਜੂਦ, ਦੀ ਸੁਦੋਰੇ, ਸੁਦੋਰੇ ਹੁੰਦਾ ਪਸੀਨਾ, ਆਲਾ ਫਰੋਂਤੇ, ਫਰੋਂਤੇ ਮਤਲਬ ਆਪਣੇ ਫਰੰਟ ਤੇ, ਮੱਥੇ ਤੇ। ਸੋ ਜਦ ਕਿਸੇ ਦੇ ਮੱਥੇ ਤੇ, ਫਰੰਟ ਤੇ ਪਸੀਨਾ ਆਇਆ ਹੋਏ, ਉਹ ਵੀ ਇੱਕ ਸਦਮਾ ਲੱਗਿਆ ਹੁੰਦਾ ਉਸਨੂੰ ਉੱਥੇ ਬੇਰੋ, ਕਿਉਂਕਿ ਕਿਸੇ ਨੂੰ ਠੰਡੀਆਂ ਤਰੇਲੀਆਂ ਆਉਣੀਆਂ, ਕਿਸੇ ਦੇ ਮੱਥੇ ਤੇ ਪਸੀਨਾ ਆਉਣਾ ਵੀ ਇੱਕ ਪਹਿਚਾਣ ਆ ਸਤਾਤੋ ਦੀ ਸ਼ੌਕ ਦੀ। ਸੋ ਪਹਿਲਾ ਕਾਰਨ ਆਹ ਵਾਲਾ ਆ। ਦੂਜਾ, lo stato di shock, ਕਿਸੇ ਨੂੰ ਸਦਮਾ ਲੱਗਣਾ, ਸੀ ਮੈਨੀਫੈਸਟਾ ਕੋਲ ਪਹਿਲੇ, ਪਹਿਲੇ ਹੁੰਦੀ ਸਕਿਨ ਮਤਲਬ ਚਮੜੀ। molto pallida, molto pallida ਮਤਲਬ ਹੁੰਦਾ ਆ ਜਦ ਕਿਸੇ ਦੀ ਚਮੜੀ ਬਿਲਕੁਲ ਪੀਲੀ ਪੀਲੀ ਹੋਣ ਲੱਗ ਜਾਵੇ, ਉਹਨੂੰ pallida ਕਹਿੰਦੇ ਨੇ। ਅਕਸਰ ਵੇਖਿਆ ਨਹੀਂ, ਜਦੋਂ ਕਿਸੇ ਨੂੰ ਸਦਮਾ ਲੱਗਦਾ ਉਹ ਬਿਲਕੁਲ ਉਹਦਾ ਰੰਗ ਲੱਥ ਜਾਂਦਾ ਆ, ਉਹਨੂੰ ਕਹਿੰਦੇ ਨੇ ਪਹਿਲੇ molto pallida। ਸੋ ਚਮੜੀ ਦਾ ਪੀਲਾ ਪੀਲਾ ਹੋ ਜਾਣਾ, ਯਾਨੀ ਕਿ ਰੰਗ ਦਾ ਉਤਰ ਜਾਣਾ। ਇਹ ਸੁਦੋਰਾzione, ਪਸੀਨਾ, ਆਪਾਂ ਪਹਿਲੇ ਪੜ੍ਹਿਆ ਸੀ ਸੁਦੋਰੇ, ਇੱਥੇ ਪੜ੍ਹ ਰਹੇ ਹਾਂ ਸੁਦੋਰਾzione ਮਤਲਬ ਪਸੀਨਾ ਹੀ ਹੁੰਦਾ ਆ। ਫਰੇਦਾ, ਠੰਡਾ ਪਸੀਨਾ ਆਣਾ, ਮਤਲਬ ਗਰਮੀ ਨਹੀਂ ਹੈਗੀ, ਸਰਦੀਆਂ ਵਿੱਚ ਵੀ ਪਸੀਨੇ ਦਾ ਆਣਾ। ਫ੍ਰੀਕੁਐਂਟੀ, ਫ੍ਰੀਗੁਐਂਟੀ, ਬਾਤੀਤੀ, ਬਾਤੀਤੀ ਕਹਿੰਦੇ ਨੇ ਧੜਕਣ, ਹਾਰਟ ਬੀਟ। ਦਿਲ ਕੁਆਰੇ, ਕੁਆਰੇ ਹੁੰਦਾ ਹਾਰਟ, ਦਿਲ। ਸੋ ਬਾਤੀਤੀ ਦਿਲ ਕੁਆਰੇ, ਦਿਲ ਦੀ ਧੜਕਣ। ਫ੍ਰੀਗੁਐਂਟੀ ਮਤਲਬ ਜ਼ਿਆਦਾ। ਸੋ ਤੇਜ਼ ਧੜਕਣ ਹੋ ਜਾਂਦੀ ਆ ਦਿਲ ਦੀ। ਇੱਕ, ਠੰਡਾ ਪਸੀਨਾ ਫਰੰਟ ਤੇ ਆਉਣ ਲੱਗ ਜਾਂਦਾ ਆ। 2, ਚਮੜੀ ਉਸ ਦੀ ਸਾਰੀ ਪੀਲੀ ਹੋ ਜਾਂਦੀ ਆ, ਯਾਨੀ ਕਿ ਰੰਗ ਲੱਥ ਜਾਂਦਾ ਆ। 3, ਸੋ 3 ਕਾਰਨ ਨੇ ਸਤਾਤੋ ਦੀ ਸ਼ੌਕ ਦੇ ਲੱਗਣ ਦੇ ਉੱਥੇ ਬੇਰੋ। ਸੋ ਜਦ ਡਰਾਈਵਰ ਮੌਕੇ ਤੇ ਪਹੁੰਚਿਆ ਆ ਕਿਸੇ ਦੀ ਮਦਦ ਲਈ, ਉਹ ਜਦੋਂ ਇਹਨਾਂ 3 ਹਰਕਤਾਂ ਨੂੰ ਦੇਖਦਾ ਆ, ਉਹਨੂੰ ਇੱਥੋਂ ਅਹਿਸਾਸ ਹੋ ਜਾਂਦਾ ਵੀ ਇਹਨੂੰ ਪੱਕਾ ਸਤਾਤੋ ਦੀ ਸ਼ੌਕ ਲੱਗਾ ਹੈਗਾ ਉੱਥੇ ਬੇਰੋ। ਸਵਾਲ ਨੰਬਰ 3, lo stato di shock si manifesta, ਵੀ ਇਹ ਦਿਖਦਾ ਆ, ਸ਼ੋ ਹੁੰਦਾ ਆ, con presenza di brividi, brividi ਕਹਿੰਦੇ ਨੇ ਕੰਬਣਾ, ਘਬਰਾਹਟ ਹੋਣੀ। ਹੁਣ ਜਿੱਦਾਂ ਕਈ ਵਾਰੀ ਆਪਾਂ ਆਪਣਾ ਕੋਈ ਡਰਾਵਨੀ ਚੀਜ਼ ਦੇਖ ਲਈਏ ਜਾਂ ਸਦਮਾ ਲੱਗ ਜਾਵੇ, ਆਪਣੀ ਚਮੜੀ ਦੇ ਵਾਲ ਜੇ ਖੜੇ ਹੋ ਜਾਂਦੇ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਲੂਈ ਖੜੀ ਹੋਣਾ।
ਸੋ ਬਰੀਵਿਰੀ ਦਾ ਮਤਲਬ ਹੁੰਦਾ ਘਬਰਾਹਟ ਹੋ ਕੇ ਚਮੜੀ ਦਾ ਖੜਾ ਹੋ ਜਾਣਾ। ਪਹਿਲੇ ਮੋਲਤੋ ਪਾਲੀਦਾ, ਪਹਿਲੇ ਮਤਲਬ ਆਪਣੀ ਸਕਿਨ, ਮੋਲਤੋ ਪਾਲੀਦਾ ਬਹੁਤ ਜ਼ਿਆਦਾ ਪੀਲਾ ਪਲ ਆ ਜਾਣਾ। ਇਹ ਅਤੇ ਸੁਦੋਰਾਸੀਓਨੇ ਫਰੇਦਾ ਤੇ ਠੰਡਾ ਪਸੀਨਾ ਆਣਾ ਆਲਾ ਫਰੋਂਤੇ, ਮੱਥੇ ਉੱਪਰ, ਫਰੰਟ ਉੱਪਰ। ਸੋ ਸਵਾਲ ਕਹਿੰਦਾ ਆ ਕਿਸੇ ਨੂੰ ਘਬਰਾਹਟ ਹੋਣੀ, ਕੰਬਣਾ, ਇਹ ਵੀ ਇੱਕ ਕਾਰਨ ਆ। ਚਮੜੀ ਦਾ ਪੀਲਾ ਪੈ ਜਾਣਾ ਯਾਨੀ ਕਿ ਰੰਗ ਦਾ ਉਤਰ ਜਾਣਾ, ਇਹ ਵੀ ਇੱਕ ਕਾਰਨ ਆ। ਤੇ ਪਲੱਸ ਜਿਹੜਾ ਕਿ ਆਪਾਂ ਹੁਣ ਤੱਕ ਪੜ੍ਹਿਆ ਆ, ਠੰਡਾ ਪਸੀਨਾ ਆਣਾ ਮਤਲਬ ਮੱਥੇ ਤੇ ਠੰਡੀਆਂ ਤਰੇਲੀਆਂ ਆਣੀਆਂ, ਇਹ ਤੀਸਰਾ ਕਾਰਨ ਆ ਕਿਸੇ ਨੂੰ ਸਤਾਤੋ ਦੀ ਸ਼ੌਕ ਦਿਖਣ ਵਿੱਚ। ਉੱਥੇ ਵੇਰੋ ਸਵਾਲ ਨੰਬਰ 4, ਲੋ ਸਤਾਤੋ ਦੀ ਸ਼ੌਕ ਸੀ ਮੈਨੀਫੈਸਟਾ, ਵੀ ਸ਼ੌਕ ਜਿਹੜਾ ਆ ਉਹ ਸ਼ੋ ਹੁੰਦਾ ਆ ਕਿੱਦਾਂ। ਕੋਲ ਪਹਿਲੇ ਮੋਲਤੋ ਪਾਲੀਦਾ, ਚਮੜੀ ਬਹੁਤ ਜ਼ਿਆਦਾ ਪੀਲੀ ਪੈ ਜਾਂਦੀ ਆ ਯਾਨੀ ਕਿ ਰੰਗ ਬੰਦੇ ਦਾ ਉਤਰ ਜਾਂਦਾ ਆ। ਹੁਣ ਜਿਵੇਂ ਲਾ ਲਓ ਅਕਸਰ ਜਿਹਦੇ ਅੰਦਰ ਖੂਨ ਸਰਕਲ ਕਰਦਾ ਆ ਉਹਦਾ ਰੰਗ ਰੂਪ ਨਾਰਮਲ ਹੁੰਦਾ ਆ। ਜਦੋਂ ਕਿਸੇ ਨੂੰ ਸਦਮਾ ਲੱਗ ਜਾਂਦਾ ਆ ਉਹਦਾ ਰੰਗ ਨਾਰਮਲ ਨਹੀਂ ਰਹਿੰਦਾ, ਬਿਲਕੁਲ ਯੈਲੋ ਯੈਲੋ ਪੈਣ ਲੱਗ ਜਾਂਦਾ ਆ। ਇਹ ਫਰੇਦਾ ਤੇ ਠੰਡਾ, ਸੋ ਸਰੀਰ ਠੰਡਾ ਪੈ ਜਾਏਗਾ, ਸਕਿਨ ਉਸਦੀ ਤੇ ਸਕਿਨ ਯੈਲੋ ਵੀ ਹੋ ਜਾਂਦੀ ਹੈਗੀ ਉੱਥੇ। ਵੇਰੋ ਸਵਾਲ ਨੰਬਰ 5, ਲੋ ਸਤਾਤੋ ਦੀ ਸ਼ੌਕ, ਸ਼ੌਕ ਯਾਨੀ ਕਿ ਸਦਮਾ ਲੱਗਣਾ ਸੀ ਮੈਨੀਫੈਸਟਾ ਕੋਨ ਆਮਪੀਏ। ਆਮਪੀਏ ਮਤਲਬ ਹੁੰਦਾ ਵੱਡੇ, ਮਤਲਬ ਚੌੜੇ। ਮਾਕੀਏ, ਮਾਕੀਏ ਕਹਿੰਦੇ ਨੇ ਦਾਗ, ਦਾਗ, ਸਪੋਟ। ਸਕੂਰੇ, ਸਕੂਰੇ ਮਤਲਬ ਹੁੰਦਾ ਹੈ ਡਾਰਕ, ਬਲੈਕ ਕਹਿ ਲਓ ਤੁਸੀਂ, ਕਾਲੇ। ਸੁਲਾ ਪਹਿਲੇ, ਚਮੜੀ ਉੱਪਰ, ਸਕਿਨ ਉੱਪਰ। ਸੋ ਕਹਿੰਦਾ ਜਦ ਸਕਿਨ ਉੱਪਰ ਕਾਲੇ ਕਾਲੇ ਵੱਡੇ ਵੱਡੇ ਦਾਗ ਪੈ ਜਾਣ, ਉਹ ਪਹਿਚਾਣ ਹਨ ਸਤਾਤੋ ਦੀ ਸ਼ੌਕ ਦੇ ਉੱਥੇ। ਫਾਲਸੋ। ਸੋ ਮਾਕੀਏ ਕਹਿੰਦੇ ਨੇ ਦਾਗ ਨੂੰ, ਸਕੂਰੇ ਮਤਲਬ ਕਾਲੇ ਦਾਗ ਦਾ ਚਮੜੀ ਉੱਪਰ ਪੈਣਾ। ਫਾਲਸੋ। ਸਵਾਲ ਨੰਬਰ 6, lo stato di shock si manifesta col comparsa di colorito rosso। colorito rosso ਮਤਲਬ ਹੁੰਦਾ ਲਾਲ ਰੰਗ ਦਾ ਹੋ ਜਾਣਾ। della pelle, pelle ਮਤਲਬ ਆਪਣੀ ਚਮੜੀ, ਸਕਿਨ। ਸੋ comparsa ਮਤਲਬ ਦਿਖਣਾ, ਜੋ ਦਿਖਾਈ ਦਿੰਦਾ ਆ। ਦੀ ਕੋਲੋਰੀਟੋ ਰੋਸੋ, ਲਾਲ ਰੰਗ ਦਾ ਦਿਖਾਈ ਦੇਣਾ। della pelle, ਸਕਿਨ ਦਾ। ਇਹ ਫੋਰਤੀ, ਤੇਜ। ਵੰਪਾਤੇ, ਵੰਪਾਤੇ ਦਾ ਮਤਲਬ ਹੁੰਦਾ ਹੈ ਸਰੀਰ ਦਾ ਗਰਮ ਹੋਣਾ, ਭਾਫ ਛੱਡਣੀ। ਦੀ ਕਲੋਰੇ, ਵੰਪਾਤੇ ਦੀ ਕਲੋਰੇ, ਗਰਮ ਭਾਫ ਛੱਡਣੀ ਮਤਲਬ ਸਰੀਰ ਦਾ ਗਰਮ ਹੋ ਜਾਣਾ ਤੇ ਸਰੀਰ ਦਾ ਰੰਗ ਲਾਲ ਹੋ ਜਾਣਾ। ਜਦ ਦਿਖਾਈ ਦਿੰਦਾ ਆ ਸਮਝ ਲਓ ਉਸ ਨੂੰ ਸਤਾਤੋ ਦੀ ਸ਼ੌਕ ਲੱਗੀ ਉੱਥੇ। ਫਾਲਸੋ। ਕਿਉਂਕਿ ਜਦ ਸਤਾਤੋ ਦੀ ਸ਼ੌਕ ਲੱਗਦਾ ਆ ਉਦੋਂ ਸਰੀਰ ਠੰਡਾ ਹੋ ਜਾਂਦਾ ਆ ਤੇ ਰੰਗ ਪੀਲਾ ਪੈ ਜਾਂਦਾ ਆ, ਨਾ ਕਿ ਯੈਲੋ ਹੁੰਦਾ ਆ, ਇਹ ਰੈੱਡ ਹੁੰਦਾ ਆ। ਸਵਾਲ ਨੰਬਰ 7, lo stato di shock può manifestare, ਵੀ ਸ਼ੌਕ ਜਿਹੜਾ ਆ ਉਹ ਲੱਗ ਸਕਦਾ ਆ ਕੋਲ ਇੰਪਰੋਵੀਜ਼ਾ। ਇੰਪਰੋਵੀਜ਼ਾ ਮਤਲਬ ਇੱਕਦਮ ਜਾਂ ਅਚਾਨਕ। ਪ੍ਰੋਨੂੰਚਾ ਕਹਿਣਾ। ਦੀ ਫਰਾਜ਼ੀ, ਫਰਾਜ਼ੀ ਮਤਲਬ ਹੋ ਗਿਆ ਸੈਂਟੈਂਸ। ਉਹ ਪਰੋਲੇ ਜਾਂ ਲਫ਼ਜ਼। ਸੈਂਸਾ, ਸੈਂਸੋ, ਬਿਨਾ ਕਿਸੇ ਮਤਲਬ ਤੋਂ। ਇਹ ਸਵਾਲ ਕਾਫੀ ਇੰਪੋਰਟੈਂਟ ਆ ਤੇ ਪੇਪਰ 'ਚ ਵੀ ਬਹੁਤ ਵਾਰੀ ਆ ਚੁੱਕਿਆ ਏ।
ਇੱਕ ਮੈਂ ਐਗਜ਼ਾਮਪਲ ਦੇਣਾ ਇੱਕ ਨੋਰਮਲ ਜਿਹਾ, ਜਦ ਆਪਾਂ ਕਿਸੇ ਨੂੰ ਕੁਝ ਐਸੀ ਗੱਲ ਕਹਿ ਦਿੰਦੇ ਆ ਬਿਨਾਂ ਕਿਸੇ ਮਤਲਬ ਵਾਲੀ, ਕਿਸੇ ਨੂੰ ਡਰਾ ਦਿੰਦੇ ਆ, ਬੰਦਾ ਉਦੋਂ ਵੀ ਸਦਮੇ ਵਿੱਚ ਜਾ ਸਕਦਾ ਆ। ਸਵਾਲ ਵਿੱਚ ਵੀ ਉਹੀ ਕਿਹਾ ਗਿਆ ਹੈ, ਇੰਪਰੋਵੀਜ਼ਾ ਪ੍ਰੋਨੂncia, ਅਚਾਨਕ ਕਿਸੇ ਨੂੰ ਕਹਿਣਾ, ਪ੍ਰੋਨੂncia ਕਹਿਣਾ, ਦੀ ਫਰਾਜ਼ੇ, ਕੋਈ ਐਸੀ ਗੱਲ ਕਹਿ ਦੇਣੀ, ਮਤਲਬ ਤੇਰੇ ਨਾਲ ਇੱਦਾਂ ਹੋ ਗਿਆ ਵੇ, ਜਾਂ ਕਿਸੇ ਬਾਰੇ ਗਲਤ ਇਤਲਾਹ ਦੇ ਦੇਣੀ, ਜਾਂ ਪਰੋਲਾ, ਜਾਂ ਕਿਸੇ ਨੂੰ ਗਲਤ ਲਫ਼ਜ਼ ਯੂਜ਼ ਕਰਨੇ, ਸੈਂਸਾ ਸੈਂਸੋ, ਬਿਨਾ ਮਤਲਬ ਤੋਂ, ਉਦੋਂ ਵੀ ਸਤਾਤੋ ਦੀ ਸ਼ੌਕ ਲੱਗ ਸਕਦਾ ਉੱਥੇ ਵੇਰੋ। ਕਿਉਂਕਿ ਜਦੋਂ ਬੰਦਾ ਐਸੀ ਗੱਲ ਸੁਣਦਾ ਆ ਜਿੰਦਾ ਕੋਈ ਮਤਲਬ ਹੀ ਨਹੀਂ ਹੁੰਦਾ, ਤੇ ਹੋ ਸਕਦਾ ਉਹ ਗੱਲ ਕਿਸੇ ਦੋਸਤ ਦੇ ਖਿਲਾਫ ਕਹੀ ਹੋਏ ਜਾਂ ਕਿਸੇ ਰਿਸ਼ਤੇਦਾਰ ਦੇ ਖਿਲਾਫ ਕਹੀ ਹੋਏ, ਤੇ ਉਹਨੂੰ ਸਤਾਤੋ ਦੀ ਸ਼ੌਕ ਲੱਗ ਸਕਦਾ ਉੱਥੇ ਵੇਰੋ। ਸਵਾਲ ਨੰਬਰ 8, lo stato di shock si manifesta con sempre, ਹਮੇਸ਼ਾ ਹੀ, con un forte aumento, aumento ਮਤਲਬ ਹੁੰਦਾ ਹੈ ਜ਼ਿਆਦਾ ਹੋ ਜਾਣਾ, ਵੱਧ ਜਾਣਾ, della temperatura ਹੁੰਦਾ ਟੈਂਪਰੇਚਰ ਬੋਡੀ ਦਾ, corporea, corporea ਮਤਲਬ ਸਰੀਰਿਕ ਟੈਂਪਰੇਚਰ, ਬੋਡੀ ਦਾ ਟੈਂਪਰੇਚਰ। ਸੋ ਕਹਿੰਦਾ ਸਤਾਤੋ ਦੀ ਸ਼ੌਕ ਹਮੇਸ਼ਾ ਉਦੋਂ ਲੱਗਦਾ ਆ ਜਦ ਬੋਡੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਹੋ ਜਾਂਦਾ ਉੱਥੇ, ਫਾਲਸੋ। ਸਗੋਂ ਸਤਾਤੋ ਦੀ ਸ਼ੌਕ ਲੱਗਣ ਤੇ ਟੈਂਪਰੇਚਰ ਲੋ ਹੋ ਜਾਂਦਾ ਆ, ਮਤਲਬ ਸਰੀਰ ਠੰਡਾ ਹੋ ਜਾਂਦਾ ਆ। ਸੋ ਸਵਾਲ ਆ ਫਾਲਸੋ। ਅਗਲੇ ਪੈਰਾਗ੍ਰਾਫ ਵਿੱਚ ਆਪਾਂ ਗੱਲ ਕਰਦੇ ਹਾਂ ਵੀ ਜੇ ਆਪਾਂ ਨੂੰ ਇਹ ਪਤਾ ਲੱਗ ਗਿਆ ਏ ਵੀ ਇਸ ਨੂੰ ਸਤਾਤੋ ਦੀ ਸ਼ੌਕ ਲੱਗ ਗਿਆ ਏ, ਆਪਾਂ ਮੌਕੇ ਤੇ ਪਹੁੰਚੇ ਆ, ਦੇਖਿਆ ਵੀ ਉਹਨੂੰ ਠੰਡੀਆਂ ਤਰੇਲੀਆਂ ਆਈਆਂ ਹੋਈਆਂ ਨੇ, ਉਸ ਦੀ ਚਮੜੀ ਯੈਲੋ ਹੋ ਗਈ ਆ, ਜਾਂ ਉਸ ਦੀ ਦਿਲ ਦੀ ਧੜਕਣ ਬਹੁਤ ਜ਼ਿਆਦਾ ਵੱਧ ਗਈ ਆ, ਉਦੋਂ ਆਪਾਂ ਨੂੰ ਕਿਸ ਤਰੀਕੇ ਨਾਲ ਉਸ ਜ਼ਖਮੀ ਦੀ ਹੈਲਪ ਕਰਨੀ ਚਾਹੀਦੀ ਆ। ਸੋ ਪਹਿਲੇ ਇਹ ਜਾਣਨਾ ਜ਼ਰੂਰੀ ਸੀਗਾ ਵੀ ਸਦਮਾ ਲੱਗਦਾ ਕਿੱਦਾਂ ਆ। ਹੁਣ ਆਪਾਂ ਗੱਲ ਕਰਦੇ ਹਾਂ ਵੀ ਸਦਮਾ ਲੱਗਣ ਤੇ ਉਸ ਦਾ ਬਚਾਓ ਕਿਸ ਤਰੀਕੇ ਨਾਲ ਕਰਨਾ ਆ। ਇਹ ਪੈਰਾਗ੍ਰਾਫ ਕਾਫੀ ਇੰਪੋਰਟੈਂਟ ਆ। ਸਵਾਲ ਨੰਬਰ 1 ਪੜ੍ਹਦਾ ਮੈਂ। ਉਨ ਫੇਰੀਤੋ, ਇੱਕ ਜ਼ਖਮੀ, ਦੀ ਸਤਾਤੋ ਦੀ ਸ਼ੌਕ, ਜਿਹਨੂੰ ਸ਼ੌਕ ਲੱਗਾ ਆ ਯਾਨੀ ਕਿ ਸਦਮਾ ਲੱਗਿਆ ਹੋਇਆ ਏ, ਵਾ ਕੋਪੈਰਤੋ, ਉਹਨੂੰ ਢੱਕ ਦਵੋ, ਕਵਰ ਕਰ ਦਵੋ, ਕੋਮੇ ਮੈਲੀਓ ਪੋਸੀਬਲ, ਜਿੰਨਾ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਪੇਰੇ ਵਿਤਾਰੇ, ਬਚਾਉਣ ਵਾਸਤੇ, ਕਿ ਸੀ ਰਫਰੇਦੀ, ਵੀ ਹੋਰ ਜ਼ਿਆਦਾ ਠੰਡਾ ਨਾ ਹੋ ਜਾਵੇ ਕਿਤੇ। ਵੇਰੋ, ਜਿਹਨੂੰ ਪਹਿਲਾਂ ਹੀ ਸ਼ੌਕ ਲੱਗਾ ਆ ਉਹਨੂੰ ਕੱਪੜਾ ਦੇ ਕੇ, ਅਕਸਰ ਦੇਖਿਓ ਜਦੋਂ ਐਂਬੂਲੈਂਸ ਆਉਂਦੀ ਆ ਤੇ ਉਹ ਫਟਾਫਟ ਪਹਿਲੇ ਮਰੀਜ਼ ਨੂੰ ਕਵਰ ਕਰਦੇ ਨੇ ਵੀ ਉਹ ਹੋਰ ਜ਼ਿਆਦਾ ਠੰਡਾ ਨਾ ਹੋ ਜਾਵੇ। ਸੋ ਸਵਾਲ ਵਿੱਚ ਵੀ ਇਹੀ ਕਿਹਾ ਗਿਆ ਸੀਗਾ ਵੀ ਉਹਨੂੰ ਜਿੰਨਾ ਜਲਦੀ ਹੋ ਸਕੇ ਕਵਰ ਕਰ ਦਿਓ ਵੀ ਹੋਰ ਜ਼ਿਆਦਾ ਕਿ ਸੀ ਰਫਰੇਦੀ, ਹੋਰ ਜ਼ਿਆਦਾ ਠੰਡਾ ਨਾ ਹੋ ਜਾਵੇ ਉੱਥੇ। ਵੇਰੋ ਸਵਾਲ ਨੰਬਰ 2, ਉਨ ਫੇਰੀਤੋ, ਇੱਕ ਜ਼ਖਮੀ, ਇਨ ਸਤਾਤੋ ਦੀ ਸ਼ੌਕ, ਜਿਸ ਨੂੰ ਸ਼ੌਕ ਲੱਗਾ ਆ, ਸਦਮਾ ਲੱਗਾ ਆ, ਵਾ ਮੇਸੋ, ਮੇਸੋ ਹੁੰਦਾ ਉਹਨੂੰ ਪਾਣਾ, ਇਨ ਪੋਜੀਸ਼ੀਓਨੇ ਸੇਦੂਤਾ, ਪੋਜੀਸ਼ਨ, ਪੋਜੀਸ਼ੀਓਨੇ ਸੇਦੂਤਾ ਹੁੰਦਾ ਬਿਠਾਣਾ, ਸਿਟਿੰਗ। ਸੋ ਕਹਿੰਦਾ ਜਿਹਨੂੰ ਸਤਾਤੋ ਦੀ ਸ਼ੌਕ ਲੱਗਾ ਆ ਉਹਨੂੰ ਬਿਠਾ ਦੇਣਾ ਚਾਹੀਦਾ ਉੱਥੇ। ਫਾਲਸੋ, ਜਿਹਨੂੰ ਸਤਾਤੋ ਦੀ ਸ਼ੌਕ ਲੱਗਾ ਹੋਏ ਉਹਦੇ ਨਾਲ ਕੀ ਕਰਨਾ ਚਾਹੀਦਾ ਆ, ਜਿਵੇਂ ਉਸ ਨੂੰ ਲੰਮਾ ਪਾ ਕੇ ਨਾ ਉਸ ਦੀਆਂ ਜਿਹੜੀਆਂ ਲੈਗਸ ਹੁੰਦੀਆਂ ਨੇ ਇਹ ਉੱਪਰ ਨੂੰ ਚੱਕ ਕੇ ਨੀਚੇ ਕੁਛ ਰੱਖ ਦੇਵੋ ਤਾਂ ਕਿ ਖੂਨ ਦਾ ਸਰਕਲ ਦੁਬਾਰਾ ਸਿਰ ਤੱਕ ਆ ਜਾਵੇ। ਅਗਰ ਆਪਾਂ ਉਸ ਨੂੰ ਬਿਠਾ ਦਿੰਨੇ ਆ ਤੇ ਉਹਦੇ ਨਾਲ ਹੋਰ ਜ਼ਿਆਦਾ ਬੰਦਾ ਡਾਊਨ ਹੋ ਸਕਦਾ ਆ। ਸਵਾਲ ਨੰਬਰ 3, ਇਨ ਪ੍ਰੈਜ਼ੈਂਸਾ ਦੀ ਉਨ ਫੇਰੀਤੋ,
ਫੇਰੀਤੋ मतलब ਜ਼ਖਮੀ, ਇਨ ਸਤਾਤੋ ਦੀ ਸ਼ੌਕ, ਜਦ ਆਪਣੇ ਕੋਲ ਇੱਕ ਐਸਾ ਜ਼ਖਮੀ ਆ ਜਿਹਨੂੰ ਸਦਮਾ ਲੱਗਿਆ ਹੋਇਆ ਏ, ਸ਼ੌਕ ਲੱਗਾ ਹੋਇਆ ਏ, ਉਹ ਕੋਰੇ, ਉੱਥੇ ਜ਼ਰੂਰੀ ਆ ਫਾਰਲੋ ਕਮਿਨਾਰੇ, ਉਹਨੂੰ ਚਲਾ ਕੇ ਦੇਖਣਾ। ਕਮਿਨਾਰੇ ਹੁੰਦਾ ਤੁਰਨਾ, ਸੋ ਫਾਰਲੋ ਕਮਿਨਾਰੇ, ਉਹਨੂੰ ਤੁਰਨ ਵਾਸਤੇ ਕਹਿਣਾ। ਜਿਹਨੂੰ ਪਹਿਲਾਂ ਸਦਮਾ ਲੱਗਿਆ ਏ ਉਹਨੂੰ ਹੋਰ ਕਹਿਣਾ ਵੀ ਕਮਿਨਾਰੇ, ਚੱਲ ਕੇ ਦਿਖਾ। ਫਿਰ ਰੀਅਤੀਵਾzione, ਰੀਅਤੀਵਾਰਲਾ ਜਾਂ ਰੀਅਤੀਵਾzione ਦਾ ਮਤਲਬ ਹੁੰਦਾ ਆ ਦੁਬਾਰਾ ਹਰਕਤ ਵਿੱਚ ਆਉਣਾ। ਰੀਅਤੀਵਾਰਲੀ ਇਸਦਾ ਇਹ ਵਰਬ ਆ, ਰੀਅਤੀਵਾਰੇ। ਰੀਅਤੀਵਾzione ਆ ਜੇ ਜਾਂ ਰੀਅਤੀਵਾਰੇ ਆ ਜੇ, ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਦੁਬਾਰਾ ਹਰਕਤ ਵਿੱਚ ਆਉਣਾ। ਲਾ ਚਿਰਕੁਲਾzione, ਸਰਕਲ ਦੀ sangue, ਖੂਨ, ਬਲੱਡ। ਸੋ ਕਹਿੰਦਾ ਇੱਕ ਜਿਹਨੂੰ ਸਦਮਾ ਲੱਗਿਆ ਏ ਉਹਨੂੰ ਚੱਲਣ ਵਾਸਤੇ ਕਹੋ ਤਾਂ ਕਿ ਉਸਦਾ ਖੂਨ ਦੁਬਾਰਾ ਸਰਕੂਲੇਟ ਕਰਨਾ ਸ਼ੁਰੂ ਕਰ ਦੇਵੇ ਉੱਥੇ। ਫਾਲਸੋ, ਜਦ ਕਿਸੇ ਨੂੰ ਸਤਾਤੋ ਦੀ ਸ਼ੌਕ ਲੱਗਾ ਏ ਉਹਨੂੰ ਚੱਲਣ ਵਾਸਤੇ ਨਹੀਂ ਕਹਿਣਾ ਚਾਹੀਦਾ, ਕਿਉਂਕਿ ਉਹਨੂੰ ਹੋਰ ਚੱਕਰ ਆ ਸਕਦੇ ਨੇ। ਸਵਾਲ ਨੰਬਰ 4, in presenza di un ferito in stato di shock, ਇੱਕ ਜ਼ਖਮੀ ਜਿਹਨੂੰ ਸ਼ੌਕ ਲੱਗਾ ਆ, ਸਦਮਾ ਲੱਗਿਆ ਹੋਇਆ ਏ, ਉਹ ਕੋਰੇ ਜ਼ਰੂਰੀ ਆ, ਧਾਰਲੀ ਹੁੰਦਾ ਦੇਣਾ, ਧਾਰਲੀ ਦੇਣਾ, ਪਿਕੋਲੀ ਛੋਟੀ ਨਿੱਕੀ, ਸਕਿਆਫੀ ਹੁੰਦਾ ਚਪੇੜਾਂ, ਸਲੈਪ। ਸੋ ਕਹਿੰਦਾ ਹੁੰਦੇ ਨਿੱਕੇ ਨਿੱਕੀਆਂ ਚਪੇੜਾਂ ਲਗਾਵੋ ਸੂ ਗੁਆਂਚੇ। ਗੁਆਂਚੇ ਹੁੰਦੇ ਨੇ ਆਪਣਾ ਫੇਸ ਯਾਨੀ ਕਿ ਗੱਲਾਂ ਉੱਪਰ। ਇਹ ਗਾਂਬੇ, ਗਾਂਬੇ ਮਤਲਬ ਲੱਤਾਂ ਉੱਪਰ, ਲੈਗਸ ਉੱਪਰ। ਸੋ ਕਹਿੰਦਾ ਹਲਕੀਆਂ ਹਲਕੀਆਂ ਚਪੇੜਾਂ ਲਗਾਉਣੀਆਂ ਚਾਹੀਦੀਆਂ ਨੇ ਗੱਲਾਂ ਉੱਪਰ ਤੇ ਲੱਤਾਂ ਉੱਪਰ, ਲੈਗਸ ਉੱਪਰ। per riattivarli, ਦੁਬਾਰਾ ਹਰਕਤ ਵਿੱਚ ਲਿਆਉਣ ਲਈ। la circolazione del sangue, ਖੂਨ ਨੂੰ, ਬਲੱਡ ਨੂੰ ਦੁਬਾਰਾ ਰੀਐਕਟੀਵੇਟ ਕਰਨ ਲਈ ਉਹਦੇ ਹਲਕੀਆਂ ਹਲਕੀਆਂ ਚਪੇੜਾਂ ਲਗਾਉਣੀਆਂ ਚਾਹੀਦੀਆਂ ਨੇ ਉੱਥੇ। ਫਾਲਸੋ। ਸਵਾਲ ਨੰਬਰ 5, un ferito in stato di shock, ਇੱਕ ਜ਼ਖਮੀ ਸਦਮੇ ਵਿੱਚ va messo a terra, terra ਮਤਲਬ ਉਹਨੂੰ ਨੀਚੇ ਲੰਮਾ ਪਾ ਦੇਵੋ, terra, ਉਸਨੂੰ ਨੀਚੇ ਲੰਮਾ ਪਾ ਦੇਵੋ ਜਿਹਨੂੰ ਸਦਮਾ ਲੱਗਾ ਏ। ਇਹ se possibile, ਜੇ ਮੁਮਕਿਨ ਆ, ਪੋਸੀਬਲ ਆ, con le gambe, ਗਾਂਬੇ ਮਤਲਬ ਉਸਦੀ ਲੈਗਸ, ਸੋਲੇਵਾਤੇ ਹੁੰਦਾ ਉੱਪਰ ਨੂੰ ਉਠਾ ਕੇ। ਸੋ ਜਿੱਦਾਂ ਆਪਾਂ ਪਹਿਲੇ ਪੜ੍ਹਿਆ ਸੀਗਾ ਪਸਾਜੋ ਲਿਵੈਲੋ ਦੇ ਬੈਰੀਅਰ ਉੱਪਰ ਉੱਠੇ ਹੋਣ, ਕਿਸੇ ਚੀਜ਼ ਦਾ ਉੱਪਰ ਉੱਠਿਆ ਹੋਣਾ ਸੋਲੇਵਾਰੇ ਹੁੰਦਾ ਆ। ਸੋ ਉਹੀ ਵਰਬ ਉਹਨਾਂ ਨੇ ਇੱਥੇ ਯੂਜ਼ ਕੀਤੀ ਆ, ਸੋਲੇਵਾਤੇ ਮਤਲਬ ਉੱਪਰ ਨੂੰ ਉਠਾ ਦੇਣਾ। ਸੋ ਕਿਸੇ ਨੂੰ ਸਦਮਾ ਲੱਗਣ ਤੇ ਜੇ ਪੋਸੀਬਲ ਆ ਉਸਦੀ ਲੈਗਸ ਉੱਪਰ ਨੂੰ ਕਰ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਖੂਨ ਦੁਬਾਰਾ ਸਰਕਲ ਕਰਨ ਲੱਗ ਜਾਵੇ ਉੱਥੇ। ਵੇਰੋ। ਸਵਾਲ ਨੰਬਰ 6, un ferito in stato di shock, ਇੱਕ ਜ਼ਖਮੀ ਜੋ ਸਦਮੇ ਵਿੱਚ ਆ। ਵਾ disteso, disteso ਦਾ ਮਤਲਬ ਵੀ ਲੰਮਾ ਪਾਣਾ ਹੁੰਦਾ ਆ। ਸੋ ਇੱਕ ਜ਼ਖਮੀ ਜਿਹਨੂੰ ਸਦਮਾ ਲੱਗਿਆ ਹੋਇਆ ਏ, ਸ਼ੌਕ ਲੱਗਾ ਹੋਇਆ ਏ, ਉਹਨੂੰ ਲੰਮਾ ਪਾ ਦੇਵੋ। tenendo, ਰੱਖਦੇ ਹੋਏ। possibilmente, ਜੇ ਮੁਮਕਿਨ ਆ, ਜੇ ਪੋਸੀਬਲ ਆ। con le gambe, ਉਸਦੀ ਲੈਗਸ ਯਾਨੀ ਕਿ ਲੱਤਾਂ। sollevate, ਉੱਪਰ ਨੂੰ ਉਠਾ ਕੇ। ਸੋ ਅਗਰ ਕਿਸੇ ਨੂੰ ਸਦਮਾ ਲੱਗਾ ਆ, ਸ਼ੌਕ ਲੱਗਾ ਆ, ਉਸ ਨੂੰ ਲੰਮਾ ਪਾ ਦੇਵੋ ਤੇ ਜੇ ਹੋ ਸਕੇ ਤਾਂ ਉਸ ਦੀ ਲੈਗਸ ਉੱਪਰ ਨੂੰ ਕਰ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਉਸ ਦਾ ਖੂਨ ਦਾ ਸਰਕਲ ਦੁਬਾਰਾ ਚੱਲਣ ਲੱਗ ਜਾਵੇ ਉੱਥੇ।
वेरो। सवाल नंबर 7, इन presenza di un ferito in stato di shock। एक जख्मी जिन्हों शौक यानी कि सदमा लगा होया है, ਉਹ ਕੋਰੇ ਜ਼ਰੂਰੀ ਆ ਫਾਰਲੀ ਬੇਰੇ ਪਿਆਣਾ। ਫਾਰਲੀ ਬੇਰੇ, ਬੇਰੇ ਹੁੰਦਾ ਪੀਣਾ ਤੇ ਕਿਸੇ ਨੂੰ ਪਿਆਣ ਨੂੰ ਕਹਿੰਦੇ ਨੇ ਫਾਰਲੀ ਬੇਰੇ, ਉਸ ਨੂੰ ਪਿਲਾਣਾ। ਪਿਕੋਲੇ ਕੁਆਂਟੀਟà, ਥੋੜੀ ਕੁਆਂਟਿਟੀ ਦੀ ਸੁਪਰ ਅਲਕੋਲਿਸ਼ੀ, ਵੀ ਉਸਨੂੰ ਥੋੜੀ ਕੁਆਂਟਿਟੀ ਸੁਪਰ ਆਲਕੋਹਲ ਜਿਵੇਂ ਕਿ ਵੋਡਕਾ ਦੀ ਜਾਂ ਵਿਸਕੀ ਦੀ ਪਿਆਣੀ ਚਾਹੀਦੀ ਹੈਗੀ ਉੱਥੇ। ਫਾਲਸੋ। ਅੱਗੇ ਆਪਾਂ ਦੇਖਦੇ ਹਾਂ ਇਹ ਪੈਰਾਗ੍ਰਾਫ ਵਿੱਚ ਵੀ ਇੱਕ ਨੂੰ ਸਤਾਤੋ ਦੀ ਸ਼ੌਕ ਲੱਗੀ ਆ ਯਾਨੀ ਕਿ ਸਦਮਾ ਲੱਗਾ ਆ, ਲੇਕਿਨ ਉਸ ਨੂੰ ਹੋਸ਼ ਨਹੀਂ ਹੈਗੀ। ਦੋ ਤਰੀਕੇ ਦਾ ਸਦਮਾ ਲੱਗਦਾ ਆ। ਸਤਾਤੋ ਦੀ ਸ਼ੌਕ ਦੇ ਦੋ ਤਰੀਕੇ ਨੇ, ਯਾਨੀ ਕਿ ਦੋ ਤਰੀਕੇ ਦੀ ਸ਼ੌਕ ਲੱਗਦਾ ਆ ਬੰਦੇ ਨੂੰ। ਇੱਕ ਜਦ ਉਹ ਹੋਸ਼ ਵਿੱਚ ਹੁੰਦਾ ਆ ਉਦੋਂ ਕਿਸ ਤਰੀਕੇ ਨਾਲ ਉਹਨੂੰ ਲੰਮਾ ਪਾਉਣਾ ਆ ਜਾਂ ਬਿਠਾਣਾ ਆ। ਇੱਕ ਜਦ ਉਸਨੂੰ ਹੋਸ਼ ਨਹੀਂ ਹੈਗੀ। ਇਹ ਬੜੀ ਮਤਲਬ ਗੱਲ ਇੰਪੋਰਟੈਂਟ ਆ, ਕਿਉਂਕਿ ਕਈ ਵਾਰੀ ਕੀ ਹੁੰਦਾ ਆ ਕਿ ਕਿਸੇ ਦਾ ਐਕਸੀਡੈਂਟ ਹੋਇਆ ਹੁੰਦਾ ਏ, ਆਪਾਂ ਬਿਨਾਂ ਇਹ ਚੈੱਕ ਕੀਤੇ ਵੀ ਉਹਦੇ ਸੱਟ ਕਿੱਥੇ ਲੱਗੀ ਆ, ਆਪਾਂ ਉਹਨੂੰ ਚੱਕ ਕੇ ਖੜਾ ਕਰ ਦਿੰਨੇ ਆ, ਜਿਸ ਨਾਲ ਉਸ ਦੀ ਰੀੜ੍ਹ ਦੀ ਹੱਡੀ ਵੀ ਟੁੱਟ ਸਕਦੀ ਆ ਜਾਂ ਕੋਈ ਮਣਕਾ ਉਸ ਦਾ ਹਿੱਲ ਸਕਦਾ ਆ। ਅਕਸਰ ਕਾਫੀ ਐਸੇ ਐਕਸੀਡੈਂਟ ਹੋਏ ਨੇ, ਮੈਂ ਖੁਦ ਕਈਆਂ ਨੂੰ ਸੁਣਿਆ ਏ ਤੇ ਦੇਖਿਆ ਵੀ ਆ ਕਿ ਆਪਾਂ ਜਦੋਂ ਕੋਈ ਇਨਸਾਨ ਡਿੱਗਦਾ ਨੀਚੇ ਤੇ ਉਹ ਮੰਨ ਲਓ ਬੇਹੋਸ਼ ਹੋ ਗਿਆ ਏ, ਆਪਾਂ ਸਾਰਿਆਂ ਨਾਲੋਂ ਪਹਿਲਾਂ ਉਹਨੂੰ ਚੁੱਕ ਕੇ ਖੜਾ ਕਰਕੇ ਹਿਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਹੋਸ਼ ਵਿੱਚ ਲੈ ਕੇ ਆਉਣ ਦੀ। ਇਹ ਬਹੁਤ ਗਲਤ ਗੱਲ ਆ, ਕਿਉਂਕਿ ਹੋ ਸਕਦਾ ਉਸਦੇ ਰੀੜ੍ਹ ਦੀ ਹੱਡੀ ਕੋਈ ਹਿੱਲੀ ਹੋਵੇ ਤੇ ਜਦ ਉਸਨੂੰ ਆਪਾਂ ਖੜਾ ਕਰ ਦਿੰਦੇ ਹਾਂ ਤੇ ਉਹ ਬਿਲਕੁਲ ਹੀ ਡੈਮੇਜ ਹੋ ਸਕਦੀ ਆ। ਸੋ ਇਸ ਪੈਰਾਗ੍ਰਾਫ ਵਿੱਚ ਆਪਾਂ ਗੱਲ ਕਰਾਂਗੇ ਵੀ ਜਦ ਕਿਸੇ ਨੂੰ ਹੋਸ਼ ਨਾ ਹੋਵੇ ਉਦੋਂ ਉਹਦੇ ਨਾਲ ਕਿਸ ਤਰੀਕੇ ਦਾ ਵਿਵਹਾਰ ਕਰਨਾ ਚਾਹੀਦਾ ਹੈਗਾ ਆ। ਸਵਾਲ ਨੰਬਰ 1, ਸੇ ਉਨ ਫੇਰੀਤੋ della strada, ਇੱਕ ਰੋਡ ਦਾ ਜ਼ਖਮੀ ਦੀ ਸਟਾਤੋ ਦੀ ਇਨਕੋਸ਼ੈਂਸਾ। ਹਾਂਜੀ, ਇਨਕੋਸ਼ੈਂਸਾ ਮਤਲਬ ਹੁੰਦਾ ਆ ਹੋਸ਼ ਵਿੱਚ ਨਾ ਹੋਣਾ। ਅਗਰ ਆਪਾਂ ਇਸ ਦੇ ਅੱਗਿਓਂ IN ਕੱਟ ਦਈਏ ਤਾਂ ਬਣ ਗਿਆ ਕੋਸ਼ੈਂਸਾ, ਹੋਸ਼ ਵਿੱਚ ਹੋਣਾ। ਜਦੋਂ ਹੋਸ਼ ਵਿੱਚ ਨਾ ਹੋਏ ਯਾਨੀ ਕਿ ਬੇਹੋਸ਼ ਆ, ਉਹਨੂੰ ਕਹਿੰਦੇ ਨੇ ਇਨਕੋਸ਼ੈਂਸਾ। ਸੋ ਇੱਕ ਰੋਡ ਦਾ ਜ਼ਖਮੀ ਜੋ ਬੇਹੋਸ਼ੀ ਦੇ ਹਾਲਾਤ ਵਿੱਚ ਆ, ਯਾਨੀ ਕਿ ਤੁਸੀਂ ਉਦੋਂ ਪਹੁੰਚੇ ਹੋ ਜਦੋਂ ਆਲਰੇਡੀ ਉਹ ਬੇਹੋਸ਼ ਹੋ ਚੁੱਕਿਆ ਸੀਗਾ। ਬਿਜ਼ੋਨੀਆ ਸੋ ਮਿਸਰਾਰਲੀ ਹੁੰਦਾ ਪੀਣ ਨੂੰ ਦੇਣਾ। ਸੋ ਮਿਸਰਾਰਲੀ ਮਤਲਬ ਉਹਨੂੰ ਪੀਣ ਨੂੰ ਦਵੋ। ਬੇਵਾਂਦੇ ਅਲਕੋਲਿਕੇ, ਡਰਿੰਕ ਅਲਕੋਲਿਕੇ ਯਾਨੀ ਕਿ ਆਲਕੋਹਲ ਯਾਨੀ ਕਿ ਸ਼ਰਾਬ। ਸੋ ਉਹਨੂੰ ਸ਼ਰਾਬ ਪੀਣ ਨੂੰ ਦੇਣੀ ਚਾਹੀਦੀ ਆ ਜਦ ਇੱਕ ਬੰਦਾ ਬੇਹੋਸ਼ੀ ਦੀ ਹਾਲਾਤ ਵਿੱਚ ਪਿਆ ਹੈਗਾ। ਫਾਲਸੋ। ਸਵਾਲ ਨੰਬਰ 2, ਸੇ ਉਨ ਫੇਰੀਤੋ della strada, ਜੇ ਇੱਕ ਰੋਡ ਦਾ ਜ਼ਖਮੀ in stato di incoscienza, ਵੀ ਉਹ ਬੇਹੋਸ਼ੀ ਦੇ ਹਾਲਾਤ ਵਿੱਚ ਪਿਆ ਏ। bisogna controllare, ਵੀ ਚੈੱਕ ਕਰਨਾ ਜ਼ਰੂਰੀ ਆ spesso, ਜ਼ਿਆਦਾਤਰ ਤੇ le sue condizioni di salute। salute ਮਤਲਬ ਸਿਹਤ। ਹੁਣ ਜਿਵੇਂ ਤੁਸੀਂ ਪਹੁੰਚੇ ਹੋ ਪਹਿਲੇ ਤੇ ਤੁਸੀਂ ਐਂਬੂਲੈਂਸ ਨੂੰ ਫੋਨ ਕਰਤਾ ਵੀ ਕਿਸੇ ਦਾ ਐਕਸੀਡੈਂਟ ਹੋ ਗਿਆ ਤੇ ਆ ਜਾਓ, ਤੁਹਾਡੇ ਲਈ ਜ਼ਰੂਰੀ ਆ ਕਿ ਉਸ ਦੀ ਚੈੱਕ ਕਰਦੇ ਰਹੋ ਸਿਹਤ, ਵੀ ਉਹ ਸਾਹ ਲੈ ਰਿਹਾ ਏ। ਫੀਨੋ all'arrivo, ਆਉਣ ਤੱਕ dell'ambulanza, ਐਂਬੂਲੈਂਸ ਦੇ। ਸੋ ਐਂਬੂਲੈਂਸ ਦੇ ਆਉਣ ਤੱਕ ਉਸ ਦੇ ਹਾਲਾਤ ਚੈੱਕ ਕਰਦੇ ਰਹਿਣਾ ਇੱਕ ਨਾਗਰਿਕ ਦਾ ਫਰਜ਼ ਹੈਗਾ ਉੱਥੇ। ਵੇਰੋ।
ਕਿਉਂਕਿ ਜਦੋਂ ਐਂਬੂਲੈਂਸ ਆਏਗੀ ਫਿਰ ਉਹ ਆਪੇ ਦੇਖ ਲੈਣਗੇ, ਲੇਕਿਨ ਤਦ ਤੱਕ ਤੁਹਾਡੇ ਲਈ ਜ਼ਰੂਰੀ ਆ ਕਿ ਉਸ ਦੇ ਹਾਲਾਤ ਕੰਟਰੋਲ ਆ ਰਹੇ ਚੈੱਕ ਕਰਦੇ ਰਹੋ। ਸਵਾਲ ਨੰਬਰ 3, ਸੇ un ferito della strada, ਜੇ ਇੱਕ ਰੋਡ ਦਾ ਜ਼ਖਮੀ in stato di incoscienza, ਉਹ ਬੇਹੋਸ਼ੀ ਦੇ ਹਾਲਾਤ ਵਿੱਚ ਪਿਆ ਏ, bisogna fasciarli, ਫਸ਼ਾਰਲੀ ਹੁੰਦਾ ਲਪੇਟਣਾ, ਜਿਵੇਂ ਪੱਟੀ ਨੂੰ ਲਪੇਟਣਾ। ਲਾ ਤੈਸਤਾ ਮਤਲਬ ਹੁੰਦਾ ਸਿਰ, ਉਸ ਦਾ ਹੈਡ। ਸੋ ਕਹਿੰਦਾ ਵੀ ਅਗਰ ਕੋਈ ਬੇਹੋਸ਼ੀ ਦੇ ਹਾਲਾਤ ਵਿੱਚ ਪਿਆ ਏ, ਉਸ ਦੇ ਸਿਰ ਉੱਪਰ ਪੱਟੀ ਲਪੇਟ ਦੇਣੀ ਚਾਹੀਦੀ ਹੈ ਉੱਥੇ, ਫਾਲਸੋ। ਸੋ ਫਸ਼ਾਰਲੀ ਹੁੰਦਾ ਹੈ ਪੱਟੀ ਦਾ ਲਪੇਟਣਾ। ਸਵਾਲ ਨੰਬਰ 4, ਸੇ un ferito della strada, ਜੇ ਇੱਕ ਰੋਡ ਦਾ ਜ਼ਖਮੀ in stato di incoscienza, ਵੀ ਉਹ ਬੇਹੋਸ਼ੀ ਦੇ ਹਾਲਾਤ ਵਿੱਚ ਪਿਆ ਏ। ਇਹ ਸਵਾਲ ਬਹੁਤ ਇੰਪੋਰਟੈਂਟ ਆ। ਹੁਣ ਜਿਵੇਂ ਇੱਕ ਰੋਡ ਦਾ ਜ਼ਖਮੀ ਬੇਹੋਸ਼ੀ ਦੇ ਹਾਲਾਤ ਵਿੱਚ ਪਿਆ ਏ, ਪੁਐਸਰੇ ਮੋਸੋ ਮਤਲਬ ਹੁੰਦਾ ਉਸ ਨੂੰ ਹਿਲਾਣਾ, ਉਸ ਨੂੰ ਮੂਵ ਕਰਨਾ। ਸੋਲੋ ਵੀ ਉਸ ਨੂੰ ਤਾਂ ਹਿਲਾਵੋ ਸਿਰਫ ਸੇ ਸੀਆ ਚੈਰਤੀ, ਜੇ ਤੁਹਾਨੂੰ ਯਕੀਨ ਆ, ਜੇ ਤੁਸੀਂ ਸ਼ੋਰ ਹੋ ਕਿ ਨੁਨ ਆਬਿਆ ਤਰਾਉਮੀ, ਵੀ ਉਹਦੇ ਸੱਟ ਨਹੀਂ ਲੱਗੀ। ਤਰਾਉਮੀ ਦਾ ਮਤਲਬ ਹੁੰਦਾ ਸੱਟ ਲੱਗਣੀ ਜਾਂ ਟੁੱਟਣਾ। ਆਲਾ ਕੋਲੋਨਾ ਵਰਤੇਬਰਾਲੇ, ਕੋਲੋਨਾ ਵਰਤੇਬਰਾਲੇ ਦਾ ਮਤਲਬ ਹੁੰਦਾ ਹੈ ਰੀੜ ਦੀ ਹੱਡੀ। ਕੋਲੋਨਾ ਵਰਤੇਬਰਾਲੇ ਵੀ ਰੀੜ ਦੀ ਹੱਡੀ। ਸੋ ਕਹਿੰਦਾ ਜੇ ਕਿਸੇ ਜ਼ਖਮੀ ਦੇ ਰੀੜ ਦੀ ਹੱਡੀ ਤੇ ਕੋਈ ਨੁਨ ਆਬਿਆ ਤਰਾਉਮੀ, ਚੋਟ ਨਹੀਂ ਲੱਗੀ, ਸ਼ੋਰ ਹੋਣ ਤੋਂ ਬਾਅਦ ਫੇਰ ਹੀ ਆਪਾਂ ਨੂੰ ਉਹਨੂੰ ਹਿਲਾਣਾ ਚਾਹੀਦਾ ਹੈਗਾ ਉੱਥੋਂ ਵੇਰੋ, ਕਿਉਂਕਿ ਇਹ ਨਾ ਹੋਏ ਕਿ ਉਸ ਦੀ ਰੀੜ ਦੀ ਹੱਡੀ ਤੇ ਸੱਟ ਲੱਗ ਗਈ ਆ ਤੇ ਆਪਾਂ ਜਾ ਕੇ ਉਹਨੂੰ ਖੜੇ ਕਰ ਦਈਏ। ਸੋ ਇਸ ਗੱਲ ਦਾ ਸ਼ੋਰ ਹੋਣ ਤੋਂ ਬਾਅਦ ਹੀ ਉਸ ਨੂੰ ਹਿਲਾਣਾ ਚਾਹੀਦਾ ਹੈਗਾ ਉੱਥੇ ਵੇਰੋ। ਸਵਾਲ ਨੰਬਰ 5, ਸੇ un ferito della strada, ਜੇ ਇੱਕ ਰੋਡ ਦਾ ਜ਼ਖਮੀ in stato di incoscienza, ਵੀ ਉਹ ਬੇਹੋਸ਼ੀ ਦੇ ਹਾਲਾਤ ਵਿੱਚ ਪਿਆ ਏ, bisogna verificare, ਵੀ ਉੱਥੇ ਇਹ ਚੈੱਕ ਕਰੋ, ਵੈਰੀਫਾਈ ਕਰੋ, se respira, respira ਮਤਲਬ ਉਹ ਸਾਹ ਲੈ ਰਿਹਾ ਏ, respirare ਦਾ ਮਤਲਬ ਹੁੰਦਾ ਸਾਹ ਲੈਣਾ, ancora ਹਜੇ ਤੱਕ। ਸੋ ਜਦੋਂ ਇੱਕ ਰੋਡ ਦੇ ਜ਼ਖਮੀ ਬੇਹੋਸ਼ੀ ਦੇ ਹਾਲਾਤ ਵਿੱਚ ਪਿਆ ਏ, ਪਹਿਲੇ ਚੈੱਕ ਕਰੋ ਵੀ ਉਹ ਸਾਹ ਲੈ ਰਿਹਾ ਏ। ਓਕੇ, mettendo una mano, ਹੱਥ ਰੱਖਦੇ ਹੋਏ, sulla parte laterale, ਸਾਈਡ ਤੇ bassa del torace। ਤੋਰਾਚੇ ਦਾ ਮਤਲਬ ਹੁੰਦਾ ਆ ਆਪਣੀ ਜਿਹੜੀ ਛਾਤੀ ਦੀ ਹੱਡੀਆਂ ਹੁੰਦੀਆਂ ਨੇ ਆ ਨੀਚੇ ਸਾਈਡ ਤੇ, ਜਿਹਨੂੰ ਆਪਾਂ ਪੰਜਾਬੀ 'ਚ ਵੱਖੀ ਕਹਿ ਦਿੰਦੇ ਆ, ਉਹ ਜਾਂ ਸੁਲ ਆਦੋਮੇ, ਆਦੋਮੇ ਮਤਲਬ ਪੇਟ ਯਾਨੀ ਕਿ ਢਿੱਡ। ਸੋ ਕਹਿੰਦਾ ਅਗਰ ਕਿਸੇ ਨੂੰ ਸਦਮਾ ਲੱਗਾ ਏ, ਉਸ ਨੂੰ ਇਹ ਦੇਖਣ ਲਈ ਵੀ ਇਹ ਸਾਹ ਲੈ ਰਿਹਾ ਏ, ਆਪਾਂ ਨੂੰ ਉਸ ਦੇ ਸਾਈਡ ਤੇ ਵੱਖੀ ਤੇ, ਜਿਹਨੂੰ ਤੋਰਾਚੇ ਕਹਿੰਦੇ ਨੇ, ਜਾਂ ਢਿੱਡ ਤੇ ਹੱਥ ਰੱਖ ਕੇ ਚੈੱਕ ਕਰਨਾ ਚਾਹੀਦਾ ਆ ਵੀ ਉਹ ਸਾਹ ਲੈ ਰਿਹਾ ਏ ਜਾਂ ਨਹੀਂ ਲੈ ਰਿਹਾ ਉੱਥੇ ਵੇਰੋ। ਅਕਸਰ ਡਾਕਟਰ ਕਿੱਦਾਂ ਸਾਹ ਲੈਣਾ ਚੈੱਕ ਕਰਦੇ ਨੇ, ਉਹ ਢਿੱਡ ਤੇ ਹੱਥ ਰੱਖਦੇ ਨੇ ਜਾਂ ਸਾਈਡ ਤੇ ਹੱਥ ਰੱਖ ਕੇ ਚੈੱਕ ਕਰਦੇ ਨੇ ਉੱਥੇ ਵੇਰੋ। ਸਵਾਲ ਨੰਬਰ 6, ਸੇ un ferito della strada, ਜੇ ਇੱਕ ਰੋਡ ਦਾ ਜ਼ਖਮੀ in stato di incoscienza, ਵੀ ਉਹ ਬੇਹੋਸ਼ੀ ਦੇ ਹਾਲਾਤ ਵਿੱਚ ਪਿਆ ਏ, bisogna ਚਾਹੀਦਾ ਆ, bloccarli ਬੰਨ ਦਵੋ, le mani ਉਸ ਦੇ ਹੱਥ। ਸੋ ਅਗਰ ਕੋਈ ਬੇਹੋਸ਼ੀ ਦੇ ਹਾਲਾਤ ਵਿੱਚ ਪਿਆ ਏ, ਉਸ ਦੇ ਹੱਥ ਬੰਨ ਦੇਣੇ ਚਾਹੀਦੇ ਨੇ ਉੱਥੇ, ਫਾਲਸੋ।
ਸਵਾਲ ਨੰਬਰ 7, ਸੇ un ferito della strada, ਜੇ ਇੱਕ ਰੋਡ ਦਾ ਜ਼ਖਮੀ in stato di incoscienza, ਵੀ ਉਹ ਬੇਹੋਸ਼ੀ ਦੇ ਹਾਲਾਤ ਵਿੱਚ ਪਿਆ ਏ, bisogna metterlo, ਉਸ ਨੂੰ ਪਾਣਾ ਚਾਹੀਦਾ ਆ, in posizione, ਪੋਜੀਸ਼ਨ semi seduta, semi seduta ਦਾ ਮਤਲਬ ਹੁੰਦਾ ਆ ਅੱਧਾ ਬੈਠਿਆ ਹੋਇਆ ਤੇ ਅੱਧਾ ਖੜਿਆ ਹੋਇਆ। ਅਸਲ 'ਚ seduta ਹੁੰਦਾ ਬੈਠਣਾ, ਸੇਮੀ seduta ਹੁੰਦਾ ਨਾ ਪੂਰਾ ਬੈਠਿਆ ਹੋਣਾ ਤੇ ਨਾ ਪੂਰਾ ਖੜਿਆ ਹੋਣਾ। ਫਾਲਸੋ। ਸਵਾਲ ਨੰਬਰ 8 ਜੋ ਕਿ ਇੰਪੋਰਟੈਂਟ ਆ, ਸੇ un ferito della strada, ਜੇ ਇੱਕ ਰੋਡ ਦਾ ਜ਼ਖਮੀ in stato di incoscienza, ਬੇਹੋਸ਼ੀ ਦੇ ਹਾਲਾਤ ਵਿੱਚ ਆ, e fa fatica, ਉਹਨੂੰ ਮੁਸ਼ਕਿਲ ਆ ਰਹੀ ਆ, ਫਤੀਕਾ ਹੁੰਦਾ ਮੁਸ਼ਕਿਲ, ਦਿੱਕਤ ਆ ਰਹੀ ਆ respirare, ਸਾਹ ਲੈਣ ਵਿੱਚ। ਹੁਣ ਜਿਵੇਂ ਆਪਾਂ ਮੌਕੇ 'ਤੇ ਪਹੁੰਚੇ ਹਾਂ ਅਤੇ ਇੱਕ ਬੰਦਾ ਮੁਸ਼ਕਿਲ ਆ ਰਹੀ ਉਹਨੂੰ ਸਾਹ ਲੈਣ ਵਿੱਚ, bisogna liberare, ਖਾਲੀ ਕਰ ਦਵੋ, ਸਾਫ਼ ਕਰ ਦਵੋ, subito il naso, ਉਸ ਦੀ ਨੱਕ, e la bocca, ਉਸ ਦਾ ਮੂੰਹ, da eventuali ostruzioni, ostruzioni ਮਤਲਬ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ, ਜਿਵੇਂ ਮੂੰਹ ਦੇ ਵਿੱਚ ਗਾਰਾ ਚਲੇ ਜਾਣਾ, ਮਿੱਟੀ ਚਲੀ ਜਾਣੀ, ਜਾਂ ਖੂਨ ਦਾ ਚਲੇ ਜਾਣਾ, ਜਾਂ ਉਸਦੇ ਖੁਦ ਦੇ ਦੰਦ ਟੁੱਟ ਕੇ ਜਦ ਅੰਦਰ ਚਲੇ ਜਾਣ। ਸੋ ਨੱਕ ਅਤੇ ਮੂੰਹ ਨੂੰ ਲਿਬੇਰਾਰੇ, ਖਾਲੀ ਕਰ ਦੇਣਾ ਚਾਹੀਦਾ ਆ ਜੇ ਉਸ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਹੈਗੀ ਉੱਥੇ। ਬੇਰੋ।